ਡਾਕਟਰ ਅਲੀ ਕਨਾਨੀ ਆਰਥੋਡੋਂਟਿਕਸ ਦੇ ਸਰਟੀਫਾਈਡ ਸਪੈਸ਼ਲਿਸਟ ਹਨ। ਇਹ ਹਰ ਕਿਸਮ ਦੀਆਂ ਡੈਂਟਲ ਤੇ ਫੇਸ਼ੀਅਲ ਇਰੈਗੂਲੈਰਿਟੀਜ਼ ਦੀ ਜਾਂਚ ਕਰਕੇ ਇਲਾਜ ਕਰਦੇ ਹਨ ਤੇ ਰੋਕਥਾਮ ਦੇ ਤਰੀਕੇ ਦੱਸਦੇ ਹਨ। ਸਾਫ਼ ਸੁਥਰੇ ਮਾਹੌਲ ਤੇ ਲੇਟੈਸਟ ਮਸ਼ੀਨਸ ਦੇ ਨਾਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਟ੍ਰੀਟਮੈਂਟ ਕੀਤੀ ਜਾਂਦੀ ਹੈ। ਇਲਾਜ ਕਰਾਓ ਤੇ 에ਅਰ ਮਾਈਲਸ ਵੀ ਪਾਓ। ਕ੍ਰੀਏਟਿੰਗ ਬਿਊਟੀਫੁਲ ਸਮਾਈਲਸ, ਗਿਲਫਰਡ ਆਰਥੋਡੋਂਟਿਕ ਸੈਂਟਰ 604 599 2212 ਜਾਂ ਲੈਂਗਲੀ ਆਰਥੋਡੋਂਟਿਕਸ 604 533 6696। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਐਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। एक कहावत है जी अंग्रेजी दी, द ग्रास इज ऑलवेज ग्रीनर ऑन द अदर साइड। इस दा मकसद कि हमेशा ही हर एक कोई ये समझदा कि जिहड़ा कोई दूसरा कोई काम कर रहा है ਉਹਦੇ ਨਾਲੋਂ ਬਿਹਤਰ ਹੈ। ਜੇਕਰ ਮੈਂ ਕੋਈ ਜੌਬ ਕਰ ਰਿਹਾ ਤਾਂ ਮੈਂ ਸਮਝਦਾ ਕਿ ਬਿਜ਼ਨਸਮੈਨ ਖੁਸ਼ ਹੈ ਤੇ ਜਿਹੜਾ ਬਿਜ਼ਨਸਮੈਨ ਉਹ ਕਹਿੰਦਾ ਬਈ ਜਿਹੜਾ ਜੌਬ ਕਰ ਰਿਹਾ ਉਹ ਖੁਸ਼ ਹੈ। ਪਰ ਇਹਨਾਂ ਮੁਲਕਾਂ 'ਚ ਆ ਕੇ ਜਿੱਥੇ ਫ੍ਰੀ ਐਂਟਰਪ੍ਰਾਈਜ਼ ਹੈ, ਤੁਹਾਡੇ ਉੱਤੇ ਕੋਈ ਰੁਕਾਵਟ ਨਹੀਂ, ਤੁਸੀਂ ਜੋ ਕੁਝ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਪਰ ਜਦੋਂ ਕੋਈ ਕੁਝ ਹੋਰ ਕਰਨ ਦੀ ਅਸੀਂ ਸੋਚਦੇ ਹਾਂ ਉਸ ਸਮੇਂ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਖਾਸ ਤੌਰ 'ਤੇ ਇਹ ਨਾ ਹੋਵੇ ਕਿ ਅਸੀਂ ਸਿਰਫ ਵੇਖੋ ਵਿਖਾਈ ਹੀ ਜੋ ਕੁਝ ਚੰਗਾ ਸਾਨੂੰ ਲੱਗ ਰਿਹਾ ਹੈ ਉਸ ਨੂੰ ਵੇਖ ਕੇ ਅਸੀਂ ਫੋਲੋ ਕਰੀਏ। ਆਓ ਇਸ ਸੰਬੰਧ ਵਿੱਚ ਅੱਜ ਕੁਝ ਜਾਣਕਾਰੀ ਲਈਏ ਤੇ ਆਪਣੇ ਆਪ ਨੂੰ ਅਵੇਅਰ ਕਰੀਏ ਕਿ ਕਿਹੜੇ ਸਟੈਪਸ ਲੈਣੇ ਚਾਹੀਦੇ ਨੇ ਤਾਂ ਕਿ ਅਸੀਂ ਕਾਮਯਾਬ ਹੋ ਸਕੀਏ ਜਿਹੜੀ ਫੀਲਡ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ। ਜੀ ਆਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਹਰਪ੍ਰੀਤ ਜੀ, ਔਰ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ। ਸੋ ਕਲਸੀ ਸਾਹਿਬ, ਇਹ ਹੈਗਾ ਕਿ ਮੈਂ ਅੱਜ ਜੇਕਰ ਇਹ ਪ੍ਰੋਗਰਾਮ ਚਲਾ ਰਿਹਾ ਤਾਂ ਮੈਂ ਵੇਖਣਾ ਅਰਵਿੰਦਰ ਕਲਸੀ ਜੀ ਬੜੇ ਕਾਮਯਾਬ ਨੇ, ਤਾਂ ਮੈਂ ਕਹਿੰਦਾ ਚੱਲ ਯਾਰ ਇਹ ਕੋਰਸ ਕਰੀਏ ਤੇ ਮੈਂ ਵੀ ਇੱਕ ਪਾਸੇ ਲੱਗ ਜਾ। ਅਤੇ ਇਹੀ ਚੀਜ਼ ਅੱਜ ਅਸੀਂ ਦੇਖ ਰਹੇ ਹਾਂ ਕਿ ਸਮਾਲ ਸਕੇਲ ਬਿਜ਼ਨਸਿਸ ਦੇ ਵਿੱਚ ਸਾਡੇ ਬਹੁਤ ਸਾਰੇ ਲੋਕ ਕਾਮਯਾਬ ਵੀ ਹੁੰਦੇ ਨੇ ਪਰ ਬਹੁਤ ਜ਼ਿਆਦਾ ਫੇਲ ਵੀ ਹੁੰਦੇ ਨੇ, ਕਿਉਂਕਿ ਵੇਖੋ ਵੇਖੀ ਅਸੀਂ ਕਹਿੰਦੇ ਹਾਂ ਕਿ ਉਹ ਰੈਸਟੋਰੈਂਟ ਬੜਾ ਚੱਲ ਰਿਹਾ, ਚੱਲ ਯਾਰ ਇਹ ਖਾਣ ਦਾ ਅਸੀਂ ਵੀ ਖੋਲ੍ਹ ਲੈਂਦੇ ਹਾਂ, ਜਾਂ ਕੋਈ ਹੋਰ ਕੰਮ ਜਿਹੜਾ ਹੈਗਾ ਅਸੀਂ ਵੇਖੋ ਵਿਖਾਈ ਕਰ ਲੈਂਦੇ ਹਾਂ। ਕਿਉਂਕਿ ਤੁਸੀਂ ਬਹੁਤ ਜ਼ਿਆਦਾ ਡੀਲ ਕਰਦੇ ਹੋ ਵੱਖਰੇ ਵੱਖਰੇ ਕੈਟੇਗਰੀਜ਼ ਆਫ ਪੀਪਲ ਨਾਲ ਜਿਹੜੇ ਤੁਹਾਡੇ ਕੋਲ ਆ ਕੇ ਤੁਹਾਡੇ ਕੋਲ ਐਡਵਾਈਸ ਲਿਆ ਕਰਦੇ ਨੇ। ਸੋ ਇਸ ਸੰਬੰਧ ਵਿੱਚ ਅੱਜ ਸਾਨੂੰ ਜਾਣਕਾਰੀ ਦਿਓ ਕਿ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕੀ ਇਹ ਵੇਖੋ ਵਿਖਾਈ ਦਾ ਜਿਹੜੀ ਸੋਚ ਹੈਗੀ ਸਾਡੀ ਪ੍ਰਚਲਿਤ, ਇਹ ਕਿੰਨੀ ਕੁ ਨੁਕਸਾਨਦਾਇਕ ਜਾਂ ਲਾਭਦਾਇਕ ਸਾਡੇ ਵਾਸਤੇ ਸਾਬਤ ਹੋ ਰਹੀ ਹੈ। ਹਰਪ੍ਰੀਤ ਜੀ, ਪਹਿਲੀ ਗੱਲ ਤੇ ਸਾਡੀ ਜਿਹੜੀ ਈਸਟ ਇੰਡੀਅਨ ਕਮਿਊਨਿਟੀ ਹੈ, ਵੀ ਆਰ ਵੈਰੀ ਐਂਟਰਪ੍ਰਾਈਜ਼ਿੰਗ ਪੀਪਲ ਜੀ। ਠੀਕ ਹੈ, ਐਂਟਰਪ੍ਰਾਈਜ਼ਿੰਗ ਤੋਂ ਭਾਵ ਅਸੀਂ ਉਹ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਾਂ ਕਿ ਜਿਹੜਾ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ ਜੀ। ਔਰ ਦੂਸਰੇ ਬੰਨੇ ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਕਿ ਦੇਖਾ ਦੇਖੀ ਬਹੁਤ ਹੈ, ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਫਲਾਣਾ ਬੰਦਾ ਕੰਮ ਕਰ ਰਿਹਾ ਹੈ ਉਹ ਕੋਈ ਮੇਰੇ ਨਾਲ ਸਿਆਣਾ ਥੋੜ੍ਹੇ ਨਾ, ਕਿਉਂਕਿ ਅਸੀਂ ਓਵਰ ਕੌਨਫੀਡੈਂਟ ਕਮਿਊਨਿਟੀ ਹਾਂ ਜੀ। ਸਾਨੂੰ ਲੱਗਦਾ ਕਿ ਮੈਂ ਹਰ ਕੰਮ ਕਰ ਸਕਦਾ। ਇਹ ਸਾਡੇ ਕੋਲ ਇੱਕ ਬੜਾ ਵਹਿਮ ਹੈ। ਐਕਚੁਅਲੀ ਵਹਿਮ ਕਿਉਂ ਆ ਕਿ ਜਦੋਂ ਤੇ ਅਨਪੜ੍ਹਤਾ ਸੀਗੀ, ਮੈਂ ਹੁਣ ਪੰਜਾਬੀ 'ਚ ਇੱਕ ਜਿਹੜਾ ਤੁਸੀਂ ਉਹ ਗ੍ਰੀਨ ਗ੍ਰਾਸ ਦੀ ਗੱਲ ਕੀਤੀ ਹੈ, ਪੰਜਾਬੀ 'ਚ ਪੇਂਡੂ ਲੈਂਗੁਏਜ ਉਹਨੂੰ ਕਹਿੰਦੇ ਹੈ ਦੂਜਰੀ ਖੁਰਲੀ ਦੇ ਪੱਠੇ ਜਿਹੜੇ ਮਿੱਠੇ ਹੁੰਦੇ ਆ। ਲੱਗਦਾ ਕਿ ਉਹ ਖੁਰਲੀ 'ਚ ਜਿਹੜਾ ਪੱਠਾ ਉਹ ਜ਼ਿਆਦਾ ਬੈਟਰ ਹੈ, ਮੇਰੇ 'ਚ ਮਾੜੇ ਹੈ। ਇਹ ਮਤਲਬ ਇਹ ਇੱਕ ਬੜੀ ਲੇਮੈਨ ਗੱਲ ਕੀਤੀ ਹੈ। ਕਿਉਂ? ਕਿਉਂਕਿ ਇੱਕ ਟਾਈਮ ਸੀ ਜਦੋਂ ਸਾਡੇ ਕੋਲ ਇੰਨੀ ਐਜੂਕੇਸ਼ਨ ਨਹੀਂ ਸੀ, ਠੀਕ, ਤੇ ਅਸੀਂ ਉਹ ਦੇਖਾ ਦੇਖੀ ਕਰਦੇ ਸਾਂ। ਪਰ ਅੱਜ ਸਾਡੇ ਕੋਲ ਐਜੂਕੇਸ਼ਨ ਹੈ। ਹੁਣ ਇਹ ਦੇਖਾ ਦੇਖੀ ਦਾ ਇਹ ਮਤਲਬ ਨਹੀਂ ਹੈ ਕਿ ਜੋ ਤੁਸੀਂ ਕਰ ਸਕਦੇ ਹੋ ਮੈਂ ਕਰ ਸਕਦਾ, ਜਾਂ ਮੈਂ ਕਰ ਰਿਹਾ ਤੁਸੀਂ ਕਰ ਸਕਦੇ ਹੋ। ਕਦੀ ਅਸੀਂ ਨੋਟ ਕਰੀਏ ਕਿ ਸਾਡੇ ਸਾਊਥ ਇੰਡੀਅਨ ਜਿਹੜੇ ਲੋਕ ਹੁੰਦੇ ਨੇ ਬਿਲਕੁਲ ਪਤਲੇ ਹੁੰਦੇ ਨੇ, ਹਾਂਜੀ, ਔਰ ਸਿਰ ਸ਼ਾਇਦ ਉਹਨਾਂ ਦੇ ਥੋੜ੍ਹੇ ਥੋੜ੍ਹੇ ਵੱਡੇ ਹੋਣ, ਪਰ ਉਹ ਹਮੇਸ਼ਾ ਗਵਰਨਮੈਂਟ ਦੀਆਂ ਵੱਡੀਆਂ ਜੋਬਾਂ 'ਤੇ ਜਾਂ ਜਿਹੜੀ ਪ੍ਰੋਫੈਸ਼ਨਲ ਜੋਬਾਂ ਉਹ ਕਰਦੇ ਆ ਜੀ। ਸਾਡੇ ਜਿਹੜੇ ਪੰਜਾਬੀ ਹੈ ਅਸੀਂ ਸਰੀਰੋਂ ਤਗੜੇ ਹਾਂ, ਅਸੀਂ ਧੱਕੇ ਵਾਲਾ ਕੰਮ ਜ਼ਿਆਦਾ ਕਰਦੇ ਹਾਂ ਜੀ। ਹੁਣ ਫਰਕ ਕੀ ਆਇਆ ਕਿ ਮੇਰੀ ਔਰ ਉਹਦੀ ਤਾਕਤ ਬਰਾਬਰ ਹੈ? ਨਹੀਂ, ਪਰ ਜਿਹੜੀ ਤਾਕਤ ਉਹਦੀ ਸੋਚ ਦੀ ਉਹ ਮੇਰੇ ਨਾਲ ਬੈਟਰ ਹੈ। ਇਸ ਲਈ ਉਹ ਇੱਕ ਵਿਉਂਤ ਨਾਲ, ਇੱਕ ਤਰਕੀਬ ਨਾਲ ਵੱਡੇ ਪੱਥਰ ਨੂੰ ਹਿਲਾ ਸਕਦਾ ਹੈ, ਪਰ ਮੈਂ ਕਈ ਵਾਰੀ ਉਸ ਤਾਕਤ ਨਾਲ ਪੱਥਰ ਨੂੰ ਨਹੀਂ ਹਿਲਾ ਸਕਦਾ। ਸੋ ਕਹਿਣ ਦਾ ਮਤਲਬ education knowledge ਇੰਨੀ ਇੰਪੋਰਟੈਂਟ ਹੈ। ਸੋ ਵੈਨ ਵੀ ਵਾਂਟ ਟੂ ਗੈਟ ਇਨਟੂ ਐਨੀ ਬਿਜ਼ਨਸ ਜੀ, ਇਹਦੀ ਜਿਹੜੀ ਮੇਨ ਚੀਜ਼ ਹੈਗੀ ਹੈ ਉਹ ਹੈ ਕਿ ਯੂ ਨੀਡ ਟੂ ਡੂ ਅ ਹੋਮਵਰਕ ਫਰਸਟ। ਰਾਈਟ, ਕਿ ਇਹ ਜਿਹੜਾ ਕੰਮ ਹੈ ਇਹਦਾ ਬੇਸਿਕ ਕੀ ਹੈ, ਇਹ 'ਚ ਕੀ ਹੈਗਾ, ਮੈਂ ਕਿਸ ਤਰ੍ਹਾਂ ਕਰ ਸਕਦਾ ਹੈ। ਔਰ ਇਹ ਕਰਨ ਲੱਗੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਆਈ ਸ਼ੁੱਡ ਲੁੱਕ ਇਨਟੂ ਮਾਈ ਸੈਲਫ ਕਿ ਮੇਰੇ 'ਚ ਤਾਕਤ ਕੀ ਹੈ, ਮੇਰੀ ਸਟਰੈਂਥ ਕੀ, ਮੇਰੀ ਕੈਪੇਬਿਲਿਟੀ ਕੀ ਹੈ, ਮੇਰੀ ਐਜੂਕੇਸ਼ਨ ਕੀ ਹੈ, ਕੀ ਮੈਂ ਇਸ ਕੰਮ ਨੂੰ ਕਰਨ ਦੇ ਕੁਆਲੀਫਾਈ ਕਰਨਾ ਜੀ। ਹੁਣ ਜਿਹੜੀਆਂ ਸਾਡੀਆਂ ਭੈਣਾਂ ਬੀਬੀਆਂ ਘਰ 'ਚ ਰੋਟੀ ਬਣਾਉਂਦੀਆਂ, ਠੀਕ ਹੈ,
ਹੁਣ 4-5 ਬੰਦਿਆਂ ਲਈ ਰੋਟੀ ਬਣਾਉਂਦੀਆਂ ਕਿ ਇਹੋ ਹੀ ਬੀਬੀ ਕੱਲ ਨੂੰ ਸੋਚੇ ਕਿ ਮੈਂ 500 ਬੰਦੇ ਦਾ ਰੈਸਟੋਰੈਂਟ ਚਲਾ ਸਕਦੀ ਹਾਂ? ਸ਼ੀ ਕੈਨ ਨੈਵਰ ਡੂ ਇਟ, ਰਾਈਟ। ਕਿਉਂਕਿ ਰੋਟੀ 4 ਬੰਦਿਆਂ ਦੀ ਬਣਾਉਣੀ ਹੋਰ ਹੈ, 500 ਬੰਦੇ ਦੀ ਬਣਾਉਣੀ ਹੋਰ ਹੈ। ਠੀਕ। ਪਰ ਅਸੀਂ ਲੋਕ ਇੰਨੇ ਐਕਸਾਈਟਡ ਹੋ ਜਾਂਦੇ ਆ, ਅਸੀਂ ਕਹਿੰਦੇ ਭਾਈ ਤੇਰੀ ਸਬਜ਼ੀ ਫਲਾਣੀ ਬੜੀ ਪਸੰਦ ਹੈ, ਆਪਾਂ ਜੇ ਰੈਸਟੋਰੈਂਟ ਖੋਲ ਲਈਏ ਇੱਥੇ ਤੇ ਲਾਈਨਾਂ ਲੱਗ ਜਾਣਗੀਆਂ, ਬਾਅਦ 'ਚ ਅਸੀਂ ਖੋਲ ਲੈਂਦੇ ਆ ਤੇ ਦੇਖਨੇ ਕੋਈ ਲਾਈਨ ਨਹੀਂ ਲੱਗਦੀ। ਸੋ ਮੇਰਾ ਸਿਰਫ ਕਹਿਣ ਦਾ ਮਤਲਬ ਐਗਜ਼ਾਮਪਲ ਮੈਂ ਇਸ ਲਈ ਦੇ ਰਿਹਾ ਕਿਉਂਕਿ ਦੀਜ਼ ਆਰ ਦਾ ਬੇਸਿਕ ਕੋਰ ਹੈਗੀ ਹੈ ਜਿੱਥੋਂ ਅਸੀਂ ਚੱਲਨੇ ਆ। ਸੋ ਜੇ ਅਸੀਂ ਹੋਮਵਰਕ ਕੀਤਾ ਹੋਵੇ, ਮੇਰੇ ਕੋਲ ਕੁਆਲੀਫਿਕੇਸ਼ਨ ਹੋਵੇ, ਮੇਰੇ ਕੋਲ ਕੋਈ ਡਿਗਰੀ ਹੋਵੇ ਜਾਂ ਮੈਂ ਕੋਈ ਪੜ੍ਹਿਆ ਲਿਖਿਆ ਹੋਵਾਂ ਤੇ ਫਿਰ ਉਸ ਕਿੱਤੇ ਦੇ ਵਿੱਚ ਜਾਣ 'ਚ ਕੋਈ ਹਰਜ ਨਹੀਂ। ਪਰ ਫਿਰ ਵੀ ਉੱਥੇ ਜਾਣ ਤੋਂ ਪਹਿਲਾਂ ਮੈਂ ਇਹ ਦੇਖਾਂ ਕਿ ਹੁਣ ਮੈਨੂੰ ਕਰਨਾ ਕੀ ਪੈਣਾ। ਸੇ ਮੇਰੀ ਉਮਰ ਆ 40 45 50 ਸਾਲ ਦੀ ਹੋਵੇ, ਮੈਂ ਮਿਹਨਤਾਂ ਕਰ ਕਰਕੇ ਆਪਣਾ ਘਰ ਫ੍ਰੀ ਕੀਤਾ ਸੀਗਾ, ਯਾਨੀ ਮੈਂ ਮੌਰਗੇਜ ਪੇ ਆਫ ਕਰਤੀ। ਅੱਜ ਮੈਂ ਸਟੇਬਲ ਹਾਂ, ਸਾਡੇ ਕੋਲ 2 ਪੈਸੇ ਹੈ, ਮੇਰੇ ਬੱਚੇ ਪੜ੍ਹਾਈ ਕਰ ਰਹੇ ਨੇ। ਹੁਣ ਜੇ ਮੈਂ ਅੱਜ ਜਾ ਕੇ ਬਿਜ਼ਨਸ ਕਰਨਾ ਚਾਹਾਂ ਔਰ ਮੈਂ ਘਰ ਦੇ ਉੱਤੇ ਜਾ ਕੇ 400,000 ਦੀ ਲਾਈਨ ਆਫ ਕ੍ਰੈਡਿਟ ਚੁੱਕ ਲਾਂ ਤੇ ਬਿਜ਼ਨਸ 'ਚ ਇਨਵੈਸਟ ਕਰਾਂ, ਇਜ਼ ਇਟ ਰਾਈਟ? ਨੋ ਇਟਸ ਨਾਟ, ਕਿਉਂਕਿ ਰਿਸਕ ਲੈਣ ਦਾ ਵੀ ਇੱਕ ਟਾਈਮ ਹੈ ਜੀ। ਅੱਜ ਮੈਂ 25 ਸਾਲ ਦਾ ਹੋਵਾਂ ਤੇ ਮੈਂ ਡਿੱਗਦਾ ਧਿੰਦਾ ਵੀ ਜਦੋਂ 40 45 ਦਾ ਹੋਵਾਂਗਾ ਮੈਂ ਖੜਾ ਹੋ ਜਾਵਾਂਗਾ। ਪਰ ਜੇ ਮੈਂ 40 45 ਤੇ ਸ਼ੁਰੂ ਕਰਾਂਗਾ ਤੇ ਮੇਰੇ 'ਚ ਰਿਸਕ ਲੈਣ ਦੀ ਕੈਪੈਸਿਟੀ ਜ਼ੀਰੋ ਹੈ। ਰੱਬ ਨਾ ਕਰੇ ਜੇ ਕਿਤੇ ਡਾਊਨਵਰਡ ਮੈਂ ਚਲਾ ਗਿਆ ਤੇ ਮੇਰੀ ਸ਼ਰਟ ਵੀ ਉਤਰ ਜਾਣੀ ਹੈ, ਯਾਨੀ ਕਹਿਣ ਦਾ ਮਤਲਬ ਸਾਡਾ ਫੈਮਿਲੀ ਸਟਰਕਚਰ ਬਦਲ ਜਾਣਾ ਹੈ। ਸੋ ਇਸ ਵਜ੍ਹਾ ਕਰਕੇ ਇਹ ਬਹੁਤ ਸਾਰੇ ਫੈਕਟਰ ਨੇ ਜਿਨ੍ਹਾਂ ਨੂੰ ਅਸੀਂ ਕੰਸੀਡਰ ਕਰਨੇ ਆ ਬਿਫੋਰ ਵੀ ਗੈਟ ਇਨਟੂ। ਹੁਣ ਹੋਇਆ ਕਿ ਮੈਂ ਤੇ 50 ਦਾ, ਤੁਸੀਂ 30 ਸਾਲ ਦੇ ਹੋ, ਤੁਸੀਂ ਮੇਰੇ ਕੋਲ ਆਏ ਕਿਹਾ ਵੀ ਚਲੋ ਬਾਈ ਜੀ ਆਪਾਂ ਇਕੱਠੇ ਕਰ ਲਈਏ। ਮੈਨੂੰ ਲੱਗਾ ਕਿ ਇਹ ਬੰਦੇ 'ਚ ਤਾਕਤ ਹੈਗੀ ਹੈ, ਪਰ ਮੈਂ ਭੁੱਲ ਗਿਆ ਕਿ ਮੇਰੇ 'ਚ ਤੇ ਇਹਨੂੰ ਹੈਂਡਲ ਕਰਨ ਦੀ ਤਾਕਤ ਹੀ ਨਹੀਂ। ਕਹਿਣ ਦਾ ਮਤਲਬ ਇਫ ਯੂ ਡੂ ਸਮਥਿੰਗ ਫਿਸ਼ੀ ਵਿਦ ਮੀ, ਮੇਰੇ 'ਚ ਨਾ ਤੇ ਨੌਲੇਜ ਸੀ ਮੈਂ ਤੁਹਾਡੇ ਦਿਮਾਗ ਨੂੰ ਪੜ੍ਹ ਸਕਦਾ, ਕਿਉਂਕਿ ਇਹ ਚੀਜ਼ਾਂ ਮੈਂ ਆਮ ਦੇਖਣਾ ਆਪਣੀ ਸੁਸਾਇਟੀ 'ਚ ਕਿ ਇੱਕ ਯੰਗ ਬੰਦੇ ਨੇ ਕਿਹਾ ਜੀ ਆਓ ਬਾਈ ਜੀ ਨਾਲ ਲੱਗ ਜਾਓ, ਤੁਸੀਂ ਇਹ ਪੈਸੇ ਤੁਸੀਂ ਪਾ ਦਿਓ ਤੇ ਕੰਮ ਮੈਂ ਕਰਾਂਗਾ। ਹੁਣ ਕੀ ਹੋਇਆ, ਪੈਸੇ ਤੇ ਮੈਂ ਪਾ ਦਿੱਤੇ, ਮੈਨੂੰ ਕੰਮ ਦੀ ਸਮਝ ਹੀ ਨਹੀਂ ਸੀ ਔਰ ਉਸ ਬੰਦੇ ਨੇ ਮੈਨੂੰ ਕਿਸੇ ਹੋਰ ਹੀ ਰਸਤੇ ਤੇ ਲੈ ਗਿਆ। ਸੋ ਕਹਿਣ ਦਾ ਸਿਰਫ ਭਾਵ ਇੰਨਾ ਕੀ ਹੈਗਾ ਕਿ ਕੋਈ ਵੀ ਬਿਜ਼ਨਸ ਕਰੋ, ਡੂ ਇਟ, ਕੋਈ ਹਰਜ ਨਹੀਂ, ਪਰ ਉਹਦੀ ਪਹਿਲਾਂ ਮਾਰਕੀਟ ਰਿਸਰਚ ਕਰੋ ਕਿ ਇਹ ਜਿਹੜਾ ਪ੍ਰੋਡਕਟ ਅਸੀਂ ਬਣਾ ਰਹੇ ਹਾਂ, ਜਿਹੜਾ ਕੰਮ ਕਰਨ ਲੱਗੇ ਹਾਂ, ਇਹਦੀ ਮਾਰਕੀਟ ਕਿੰਨੀ ਕੁ ਹੈ, ਮੇਰਾ ਕੰਪੀਟੀਸ਼ਨ ਕਿਹੋ ਜਿਹਾ, ਕੀ ਮੈਂ ਉਸ ਕੰਪੀਟੀਸ਼ਨ ਨੂੰ ਫੇਸ ਕਰ ਸਕਦਾ, ਕੀ ਮੇਰੇ 'ਚ ਕੈਪੇਬਿਲਿਟੀ ਹੈਗੀ ਹੈ। ਔਰ ਸਭ ਤੋਂ ਇੰਪੋਰਟੈਂਟ ਤੇ ਮੈਂ ਸਮਝਣਾ ਹੈ ਕਿ ਆਲਵੇਜ਼ ਟੇਕ that much risk which you can afford to lose. That's right. ਅੱਜ ਮੈਂ ਹੋਵਾਂ, ਮੰਨ ਲਓ ਮੈਂ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋਇਆ, ਅੱਜ ਦੀ ਡੇਟ 'ਚ ਜੇ ਮੈਨੂੰ 25,000 ਜਾਂ 50,000 ਲਾ ਕੇ ਇਹ ਗਵਾਚ ਵੀ ਜਾਵੇ ਤੇ ਕੋਈ ਫਰਕ ਨਾ ਪਵੇ, ਉਹ ਤੇ ਖੇਡਣਾ ਠੀਕ ਹੈ। ਪਰ ਜੇ ਮੈਂ ਸਾਰਾ ਕੁਝ ਲਾ ਦਾਂ ਇੱਕ ਦਾਅ 'ਤੇ ਔਰ ਕੱਲ੍ਹ ਨੂੰ ਉਹ ਖਤਮ ਹੋ ਜਾਏ ਔਰ ਮੈਂ ਫਿਰ ਉੱਥੇ ਹੀ ਆ ਜਾਵਾਂ ਫੈਕਟਰੀ ਦਾ ਕੰਮ ਕਰਨ ਲੱਗੇ ਜਾਂ ਟੈਕਸੀ ਚਲਾਉਣ ਲੱਗ ਪਾਂ, ਇਜ਼ ਇਟ ਵਰਥ? ਇਟਸ ਨਾਟ ਵਰਥ। ਸੋ ਟੈਕਨੀਕਲੀ always see how much risk you can take, how much you can afford to lose, और secondly ਆਪਣੀ ਫੈਮਿਲੀ ਵੱਲ ਜ਼ਰੂਰ ਝਾਤ ਮਾਰੋ। ਮੇਰੇ ਬੱਚੇ ਜਵਾਨ ਹੋ ਰਹੇ ਨੇ, ਇਹ ਬੱਚਿਆਂ ਨੇ ਕੱਲ੍ਹ ਨੂੰ ਕਾਮਯਾਬ ਹੋਣਾ, ਕਾਲਜ ਜਾਣਾ, ਸਕੂਲ ਪੜ੍ਹਨਾ, ਇਹਨਾਂ ਨੇ ਬਹੁਤ ਕੁਝ ਕਰਨਾ ਹੈ ਤੇ ਕਿਸੇ ਵੇਲੇ ਉਹ ਐਸਪੀਰੇਸ਼ਨ ਜਿਹੜੀ ਮੇਰੇ ਅੰਦਰ ਹੈ, ਆਈ ਸ਼ੁੱਡ ਮੈਲੋ ਇਟ ਡਾਊਨ ਤੇ ਮੈਂ ਰਿਸਕ ਉਸ ਹਿਸਾਬ ਨਾਲ ਨਾ ਲਵਾਂ। ਆਈ ਥਿੰਕ ਦੈਟਸ ਅ ਸਮਾਰਟ ਥਿੰਗ। ਤੁਸੀਂ ਜਿਹੜੀ ਇੱਕ ਜ਼ਿਕਰ ਕੀਤਾ ਪਾਰਟਨਰਸ਼ਿਪ ਦੀ ਗੱਲ ਕੀਤੀ, ਇਹ ਬੜੀ ਪ੍ਰੈਵਲੈਂਟ ਹੈਗੀ ਹੈ, ਇਹਦੇ ਬਾਰੇ ਤੁਸੀਂ ਕੀ ਅਖੀਰ ਵਿੱਚ ਕਹਿਣਾ ਚਾਹੋਗੇ? ਮੈਂ ਤਾਂ ਸਿਰਫ ਇੰਨਾ ਕਹਾਂਗਾ ਜੀ, ਪਾਰਟਨਰਸ਼ਿਪ ਨਿਭਾਉਣੀ ਬੜੀ ਔਖੀ ਹੈ। ਕਿਉਂ? ਇਹਦੇ ਵਿੱਚ ਨਾ ਤੁਹਾਨੂੰ ਇੱਕ ਕਿਸਮ ਦਾ ਬਲਾਈਂਡ ਹੋਣਾ ਪੈਂਦਾ ਹੈ। ਕਈ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਕਿ ਜਿਹੜੇ ਮੇਰੇ ਪਾਰਟਨਰ ਨੇ ਅਵੇਲ ਕੀਤੀਆਂ, ਪਰ ਉਹ ਪਾਰਟਨਰ ਜਿਹੜਾ ਉਹਨੂੰ ਆਪਣਾ ਹੱਕ ਸਮਝ ਰਿਹਾ, ਪਰ ਤੁਹਾਨੂੰ ਉਹ ਤੁਹਾਡੀ ਜੇਬ 'ਚੋਂ ਜਾ ਰਿਹਾ, ਚੁੱਭ ਰਿਹਾ। ਸੋ ਇਸ ਕੇਸ ਦੇ ਵਿੱਚ ਆ ਕੇ ਮੈਂ ਤਾਂ ਕਹਾਂਗਾ ਇਹਨਾਂ ਮੁਲਕਾਂ 'ਚ ਆ ਕੇ, ਕਿਉਂਕਿ ਸਾਡੀ ਜਿਹੜੀ ਸੁਸਾਇਟੀ ਇਕਨੋਮੀ ਬੜੀ ਛੋਟੀ ਜਿਹੀ ਹੈ, ਬਹੁਤੀ ਵੱਡੀ ਗੇਮ ਨਹੀਂ ਹੈਗੀ। ਜੇ ਉਸ ਗੇਮ ਨੂੰ ਅਸੀਂ ਤਰੀਕੇ ਨਾਲ ਸੰਭਾਲ ਕੇ ਚੱਲੀਏ, ਇਟਸ ਬੈਟਰ ਟੂ ਡੂ ਯੋਰਸੈਲਫ ਅਦਰ ਦੈਨ ਹੈਵਿੰਗ 1 or 2 ਪਾਰਟਨਰਸ ਜਿਨ੍ਹਾਂ ਨਾਲ ਤੁਹਾਡੀ ਵੇਵਲੈਂਥ ਨਾ ਮਿਲਦੀ ਹੋਵੇ। ਥੋੜ੍ਹੀ ਖਾ ਲਓ, ਬਹੁਤੀ ਦੇ ਚੱਕਰ 'ਚ ਨਾ ਰਹੋ, ਯੂਲ ਬੀ ਅ ਹੈਪੀ ਪਰਸਨ। ਥੈਂਕ ਯੂ ਵੈਰੀ ਮਚ ਫॉर ਟਾਈਮ। ਥੈਂਕ ਯੂ। ਪਿਛਲੇ 20 ਸਾਲਾਂ ਤੋਂ ਇਮੀਗ੍ਰੇਸ਼ਨ ਲਾਅ ਦੀ ਪ੍ਰੈਕਟਿਸ ਕਰ ਰਹੇ ਮਾਰਕ ਐਂਡ ਕੰਪਨੀ ਲਾਅ ਕਾਰਪੋਰੇਸ਼ਨ ਤੁਹਾਨੂੰ ਹਰ ਇੱਕ ਕਿਸਮ ਦੀ ਸੇਵਾਵਾਂ ਪ੍ਰਦਾਨ ਕਰਦੇ ਹਨ। ਇਹ ਲਾਅ ਸੁਸਾਇਟੀ ਆਫ BC ਦੇ ਮੈਂਬਰ ਵੀ ਹਨ, ਜਿਸ ਕਾਰਨ ਤੁਹਾਡੇ ਨਾਲ ਧੋਖਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। मैं स्नेह देव हूँ, मैं पंजाबी हिंदी बोलती हाँ। ਆਪਣੇ ਰਿਸ਼ਤੇਦਾਰਾਂ ਨੂੰ ਯਕੀਨਨ ਤੌਰ ਤੇ ਕੈਨੇਡਾ ਬੁਲਾਉਣ ਲਈ ਅੱਜ ਹੀ ਲਿੰਡਾ ਮਾਰਕ ਨਾਲ ਗੱਲ ਕਰੋ। Our commitment to you is our professional services with integrity and dedication. ਅੱਜ ਹੀ ਫੋਨ ਕਰੋ 604 588 9800।